So most of you already know me, I believe, but just to introduce myself once again, I am Mohit. नाम तो शायद आप सब लोगों ने सुना ही होगा. And I just want to say a few words about my mom on her retirement. ਪੰਜਾਬੀ ਹੁੰਦੇ ਹੋਏ ਹੁਣ ਅੰਗਰੇਜ਼ੀ ਹੋ ਗਈ ਖਤਮ, ਤਾਂ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬੀ 'ਚ, ਠੀਕ ਹੈ. ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਨਮਸਤੇ. ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈ ਜੋ ਵੀ ਮੰਮੀ ਦੀ ਇਸ ਪ੍ਰੋਫੈਸ਼ਨਲ ਜਰਨੀ 'ਚ ਜਾਂ ਮੰਮੀ ਦੀ ਪਰਸਨਲ ਜਰਨੀ 'ਚ ਮੰਮੀ ਦੇ ਨਾਲ ਰਹੇ, ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਨੂੰ ਇਸ ਸਟੇਜ ਤੇ ਲੈ ਕੇ ਆਏ ਕਿ ਅੱਜ ਉਹ ਆਪਦੀ ਫਾਈਨਲੀ ਸਾਰੀ ਪ੍ਰੋਫੈਸ਼ਨਲ ਡਿਊਟੀਜ਼ ਪੂਰੀ ਕਰਕੇ ਫਾਈਨਲੀ ਰਿਟਾਇਰ ਹੋਣ ਜਾ ਰਹੇ ਨੇ. ਤੇ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ. ਹੁਣ ਕੁਝ ਛੋਟੇ ਮੋਟੇ ਕਿੱਸੇ ਮੈਂ ਕਹਿਣਾ ਚਾਹੁੰਦਾ ਮੰਮੀ ਬਾਰੇ, ਜਿਹੜੇ ਮਤਲਬ ਮੈਂ ਆਬਜ਼ਰਵ ਕੀਤੇ ਜਾਂ ਮੈਂ ਦੇਖੇ ਆਪਣੇ ਬਚਪਨ 'ਚ, ਆਪਣੇ ਲਾਈਫ 'ਚ ਹਾਲੇ ਤੱਕ. ਮੈਨੂੰ ਹਾਲੇ ਵੀ ਯਾਦ ਹੈ, ਜੇ ਮੈਂ ਬਿਲਕੁਲ ਆਪਣੇ ਬਚਪਨ ਦੀ ਗੱਲ ਕਰਾਂ, ਬਿਲਕੁਲ ਛੋਟੇ ਹੁੰਦੇ ਦੀ, ਤਾਂ ਮੈਨੂੰ ਹਾਲੇ ਵੀ ਯਾਦ ਹੈ ਕੁਝ ਯਾਦਾਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਜਾਂ ਗਰਲਸ ਸਕੂਲ ਦੀਆਂ, ਜਿੱਥੇ ਮੰਮੀ ਨਾਲ ਮੈਂ ਛੋਟਾ ਹੁੰਦਾ ਸਕੂਲ ਜਾਂਦਾ ਹੁੰਦਾ ਸੀ. ਤੇ ਉੱਥੇ ਜਾਂ ਉਹਨਾਂ ਦੀਆਂ ਵੀ ਮੈਨੂੰ ਕੁਝ ਯਾਦਾਂ ਯਾਦ ਨੇ ਹਾਲੇ ਤੱਕ. ਤੇ ਉੱਥੇ ਜਾ ਕੇ ਮੈਨੂੰ ਯਾਦ ਹੈ ਕਿ ਬੱਚੇ ਮੈਨੂੰ ਪਿੱਛੇ ਖਾਲ 'ਤੇ ਲੈ ਜਾਂਦੇ ਸੀ ਖਿਲਾਉਣ ਵਾਸਤੇ ਜਾਂ ਜੋ ਵੀ. ਉਸ ਤੋਂ ਬਾਅਦ ਓਡਾ ਤਾਂ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ, ਕਿਉਂਕਿ ਓਡਾ ਪ੍ਰਾਇਮਰੀ ਸਕੂਲ ਵੀ ਨਾਲ ਹੀ ਸੀ ਮੰਮੀ ਦੇ ਸਕੂਲ ਦੇ. ਤੇ ਉੱਥੇ ਨਾਨਾ ਜੀ ਸੀ ਪ੍ਰਿੰਸੀਪਲ ਮੇਰੇ, ਤੇ ਨਾਨਾ ਜੀ ਕੋਲੋਂ ਬਹੁਤ ਕਿਤਾਬਾਂ ਲੈ ਕੇ ਆਉਂਦਾ ਹੁੰਦਾ ਸੀ ਮੈਂ, ਕਹਾਣੀਆਂ ਦੀਆਂ, ਇਹ ਉਹ. ਹੁਣ ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਭਾਈ ਇਹ ਤਾਂ ਬਾਲਾ ਪੜ੍ਹਨ ਵਾਲਾ ਸੀ, ਹੈ ਨਾ? ਨਹੀਂ, ਸਾਰੀਆਂ ਕਹਾਣੀਆਂ ਦੀਆਂ ਕਿਤਾਬਾਂ ਤੇ ਸਾਰੀਆਂ ਉਹ ਕਹਾਣੀਆਂ ਪੜ੍ਹਨ ਨੂੰ ਬਸ. ਤੇ ਉਸ ਤੋਂ ਬਾਅਦ ਜਦੋਂ ਹੋਰ ਥੋੜ੍ਹਾ ਜਿਹਾ ਵੱਡਾ ਹੋਇਆ, ਜਦੋਂ ਘਰੋਂ ਬਾਹਰ ਨਿਕਲਣ ਲੱਗਿਆ ਇਕੱਲਾ, ਕੁਝ ਵੀ ਸਮਾਨ ਵਗੈਰਾ ਲੈਣ ਜਾਂਦਾ ਹੁੰਦਾ ਸੀ, ਤਾਂ ਹਰ ਕੋਈ ਇਹ ਗੱਲ ਕਹਿੰਦਾ ਸੀ ਕਿ ਤੂੰ ਚੰਦਰਕਾਂਤਾ ਮੈਡਮ ਦਾ ਮੁੰਡਾ ਹੈ. ਤੇ ਉਦੋਂ ਇੰਨਾ ਕਦੇ ਵੀ ਰਿਅਲਾਈਜ਼ ਨਹੀਂ ਹੋਇਆ ਇਸ ਚੀਜ਼ ਦਾ ਕਿ ਹਾਂ, ਮੈਂ ਵੀ ਕਹਿੰਦਾ ਸੀ ਹਾਂ, ਬਟ ਇੰਨਾ ਰਿਅਲਾਈਜ਼ ਨਹੀਂ ਹੋਇਆ ਕਿ ਹਾਂ ਬਈ ਸਾਰੇ ਜਾਣੇ ਮੰਮੀ ਨੂੰ ਕਿਵੇਂ ਜਾਣਦੇ ਆ. ਬਟ ਜਦੋਂ ਅੱਜ ਮੈਂ ਇਸ ਪੋਜੀਸ਼ਨ 'ਤੇ ਹੈਗਾ ਜਾਂ ਫਿਰ ਅੱਜ ਇਸ ਗੱਲ ਨੂੰ ਸੋਚਦਾ, ਆਈ ਰੀਅਲੀ ਫੀਲ ਪ੍ਰਾਊਡ ਕਿ ਸਾਰੇ ਜਾਣੇ ਹੀ ਮੰਮੀ ਨੂੰ ਜਾਣਦੇ ਆ. ਐਜ਼ ਉਸ ਤੋਂ ਵੀ ਵੱਡੀ ਗੱਲ ਕਿ ਮੰਮੀ ਨੇ ਸਾਰੀ ਮੰਡੀ ਪੜ੍ਹਾਤੀ. ਸਾਰੇ ਜਾਣੇ ਹੈ ਜਿੰਨੇ ਵੀ, ਸਾਰੇ ਮੰਮੀ ਕੋਲੋਂ ਪੜ੍ਹੇ ਨੇ. ਤੇ ਹੋਰ ਇੱਕ ਦੋ ਛੋਟੇ ਕਿੱਸੇ. ਮੰਮੀ ਅਫਕੋਰਸ ਸਾਰਿਆਂ ਦੀ ਮੰਮੀ ਹੀ ਕੂਲ ਹੁੰਦੀ ਹੈ, ਬਟ ਮੰਮੀ ਦੀ ਕੂਲਨੈਸ ਦਾ ਅੰਦਾਜ਼ਾ ਤੁਸੀਂ ਇੱਥੋਂ ਹੀ ਲਾ ਸਕਦੇ ਹੋ ਕਿ ਜਦੋਂ ਮੈਂ ਆਈ ਥਿੰਕ 9th ਜਾਂ 10th ਕਲਾਸ ਦੀਆਂ ਪਰਚੀਆਂ ਬਣਾ ਰਿਹਾ ਸੀ ਪੇਪਰਾਂ ਦੀਆਂ, ਤੇ ਲਾਈਟ ਹੈ ਨਹੀਂ ਸੀ, ਮੈਂ ਦੀਵੇ ਥੱਲੇ ਬਹਿ ਕੇ ਪਰਚੀਆਂ ਬਣਾਈ ਜਾਂਦਾ ਸੀ. ਤੇ ਕੀ ਲੱਗਦਾ ਤੁਹਾਨੂੰ ਕਿ ਮੰਮੀ ਨੇ ਕੀ ਕਿਹਾ ਹੋਣਾ ਮੈਨੂੰ ਜਦੋਂ ਮੈਂ ਪਰਚੀਆਂ ਬਣਾ ਰਿਹਾ ਸੀ? ਨਹੀਂ, ਮੰਮੀ ਨੇ ਆਈ ਨਹੀਂ ਕਿਹਾ ਕਿ ਪੁੱਤ ਨਕਲ ਨਹੀਂ ਮਾਰਨੀ. ਮੰਮੀ ਕਹਿੰਦੀ ਵੀ ਕੁੱਤਿਆ, ਲੈਟ ਆਈ ਤੋਂ ਬਣਾ ਲਈ ਪਰਚੀਆਂ, ਅੱਖਾਂ ਖਰਾਬ ਹੋ ਜਾਣਗੀਆਂ ਤੇਰੀਆਂ. ਇਸ ਤੋਂ ਬਾਅਦ ਹੁਣ ਮੈਂ ਮਤਲਬ ਕਿਹਦੀ ਮੰਮੀ ਕੂਲ ਹੋ ਸਕਦੀ ਹੈ ਕਿ ਪਰਚੀਆਂ ਬਣਾ ਲਈ ਪਰ ਲਾਈਟ ਆਈ ਤੋਂ ਬਣਾ ਲਈ, ਹੈ ਨਾ? ਜਾਂ ਫਿਰ ਹੋਰ ਇੱਕ ਦੋ ਛੋਟੇ ਇਨਸੀਡੈਂਟ ਯਾਰ ਜਿਹੜੇ ਮੈਨੂੰ ਹਾਲੇ ਵੀ ਯਾਦ ਹੈ. ਆਫਟਰ 10th ਵੈਨ ਆਈ ਗਾਟ ਐਡਮਿਸ਼ਨ ਇਨ ਡਿਪਲੋਮਾ, ਉਦੋਂ ਮੈਨੂੰ ਮੰਮੀ ਖਾਣਾ ਦੇ ਦਿੰਦੀ ਸੀ, ਟ੍ਰੇਨ ਦਾ ਪਾਸ ਬਣਵਾਤਾ, ਬੱਸ ਦਾ ਪਾਸ ਬਣਵਾਤਾ, ਬਟ ਪਾਕਟ ਮਨੀ ਜਿਹੜੀ ਰੱਖਤੀ ਉਹ ਸਿਰਫ 200 ਰੁਪਏ ਦਿਨ ਦੀ. ਨਹੀਂ, ਮਹੀਨੇ ਦੀ 200 ਰੁਪਏ ਪਾਕਟ ਮਨੀ. ਉਸ ਟਾਈਮ ਮੈਨੂੰ ਆਈ ਐਮ ਟਾਕਿੰਗ ਅਬਾਊਟ ਈਅਰ 2004 to 2007. ਤੇ 200 ਰੁਪਏ ਮੈਨੂੰ ਮਹੀਨੇ ਦੀ ਪਾਕਟ ਮਨੀ ਮਿਲਦੀ ਸੀ. 200 ਰੁਪਏ 'ਚ ਮੈਂ ਆਪਣਾ ਪੂਰਾ ਮਹੀਨਾ ਚਲਾਉਂਦਾ ਸੀ. ਪੂਰਾ ਮਹੀਨਾ ਤਾਂ ਨਹੀਂ ਚਲਾਉਂਦਾ ਸੀ, ਮਤਲਬ 200 ਰੁਪਏ ਪਹਿਲੇ 10 ਕੁ ਦਿਨ ਚੱਲ ਜਾਂਦੇ ਸੀ, ਫਿਰ ਡੈਡੀ ਹੁੰਦੇ ਸੀ ਤੇ ਫਿਰ ਕਦੇ ਕਿਸੇ ਤੋਂ ਮੰਗ ਲਏ, ਕਦੇ ਕਿਸੇ ਤੋਂ ਮੰਗ ਲਏ, ਘਰੇ ਚਾਚਾ ਚਾਚੀ ਸਾਰੇ ਜਾਣੇ ਸੀ, ਹੈ ਨਾ? ਤੇ ਐਵੇਂ ਕਰਕੇ ਮੈਂ ਡਿਪਲੋਮਾ ਕੀਤਾ. ਬਟ ਅੱਜ ਜਦੋਂ ਮੈਂ ਉਸ ਚੀਜ਼ ਨੂੰ ਸੋਚਦਾ ਤਾਂ ਅੱਜ ਮੈਨੂੰ ਰਿਅਲਾਈਜ਼ ਹੁੰਦਾ ਕਿ ਸ਼ਾਇਦ ਉਹ ਮੰਮੀ 200 ਰੁਪਏ ਹੀ ਦਿੰਦੀ ਸੀ ਖਰਚੇ ਨੂੰ, ਐਸੇ ਕਰਕੇ ਸ਼ਾਇਦ ਮੈਂ ਵਿਗੜਿਆ ਨਹੀਂ ਉਸ ਟਾਈਮ ਤੇ. ਦੈਟ ਇਜ਼ ਦਾ ਟੀਨੇਜਰ ਏਜ ਕਿ ਉਦੋਂ ਕੋਈ ਵੀ ਬੱਚਾ ਜਾਂ ਤਾਂ ਵਿਗੜ ਜਾਂਦਾ ਜਾਂ ਸੰਭਲ ਜਾਂਦਾ. ਬਟ ਮੰਮੀ ਦੇ ਇਸ ਡਿਸੀਜ਼ਨ ਕਰਕੇ ਸ਼ਾਇਦ ਮੈਂ ਬਿਲਕੁਲ ਵਿਗੜਨ ਤੋਂ ਰਹਿ ਗਿਆ. ਫਿਰ ਜਦੋਂ ਜਾਂ ਫਿਰ ਮੈਨੂੰ ਹਾਲੇ ਵੀ ਕੁਝ ਹੋਰ ਛੋਟੇ ਮੋਟੇ ਇਨਸੀਡੈਂਟਸ ਨੇ ਜਿਹੜੇ ਜਦੋਂ ਵੀ ਮੈਂ ਕੁਝ ਵੀ ਮੰਗਦਾ ਸੀ, ਮੈਨੂੰ ਯਾਦ ਹੀ ਨਹੀਂ ਕਿ ਲਾਸਟ ਟਾਈਮ ਮੰਮੀ ਨੇ ਜਾਂ ਡੈਡੀ ਨੇ ਕਿਸੇ ਵੀ ਚੀਜ਼ ਵਾਸਤੇ ਮੈਨੂੰ ਲਾਸਟ ਟਾਈਮ ਕਦੋਂ ਮਨਾ ਕੀਤਾ ਸੀ. ਚਾਹੇ ਉਹ ਪਤੰਗ ਉਡਾਉਣੇ ਹੋਣ, ਚਾਹੇ ਉਹ ਵੀਡੀਓ ਗੇਮਾਂ ਖੇਡਣੀਆਂ ਹੋਣ, ਚਾਹੇ ਉਹ ਪਟਾਕੇ ਚਲਾਉਣੇ ਹੋਣ, ਕੁਝ ਵੀ ਹੋਵੇ, ਸਾਰੀ ਗਲੀ 'ਚ ਜਾਂ ਸਾਰੇ ਮੁਹੱਲੇ 'ਚ ਸਭ ਤੋਂ ਪਹਿਲਾਂ ਮੈਂ ਹੀ ਹੁੰਦਾ ਸੀ ਜਿਹਨੂੰ ਇਹ ਸਾਰੀਆਂ ਫੈਸਿਲਿਟੀਜ਼ ਮਿਲਦੀਆਂ ਹੁੰਦੀਆਂ ਸੀ. ਮੈਨੂੰ ਰੀਅਲੀ ਯਾਦ ਨਹੀਂ ਹੈ, ਐਵੇਂ ਨਹੀਂ ਕਹਿ ਰਿਹਾ ਮੈਂ ਕਿ ਤੁਸੀਂ ਸਾਰੇ ਹੋ ਤਾਂ ਮੈਂ ਹੁਣ ਤੁਹਾਨੂੰ ਮੰਮੀ ਨੂੰ ਵਧੀਆ ਜਾਂ ਘਰਦਿਆਂ ਨੂੰ ਵਧੀਆ ਦਿਖਾਉਣ ਵਾਸਤੇ ਕਹਿੰਦੇ, ਬਟ ਮੈਨੂੰ ਯਾਦ ਹੀ ਨਹੀਂ ਕਿ ਲਾਸਟ ਟਾਈਮ ਮੈਨੂੰ ਕਿਹੜੀ ਚੀਜ਼ ਘਰਦਿਆਂ ਨੇ ਮਨਾ ਕੀਤੀ ਸੀ.
ਤੇ ਕਮਿੰਗ ਟੂ ਦਾ ਟੀਚਿੰਗ ਸਾਈਡ, ਮੈਨੂੰ ਲੱਗਦਾ ਮੰਮੀ ਵੈਸੇ ਟੀਚਰ ਵੀ ਠੀਕ ਹੀ ਹੈ, ਬਾਕੀ ਵੈਸੇ ਜ਼ਿਆਦਾ ਤਾਂ ਤੁਸੀਂ ਦੱਸ ਸਕਦੇ ਹੋ, ਬਟ ਮੇਰੇ ਜਿਹੇ ਨਲਾਇਕ ਬੱਚੇ ਦੇ ਵੀ 10th ਚੋਂ ਐਟਲੀਸਟ ਪੂਰੀ ਕਲਾਸ ਚੋਂ ਹਾਈਐਸਟ ਮਾਰਕਸ ਆਏ ਸੀ ਹਿੰਦੀ ਚੋਂ। ਪੂਰੇ ਵੈਸੇ ਓਵਰਆਲ ਨੰਬਰ ਬੇਸ਼ੱਕ ਘੱਟ ਸੀ, ਬਟ ਹਿੰਦੀ ਚੋਂ ਮੇਰੇ ਹਾਈਐਸਟ ਮਾਰਕਸ ਸੀਗੇ 10th ਚੋਂ। ਤੇ ਅੱਜ ਸ਼ਾਇਦ ਮੰਮੀ ਦੀ ਹੀ ਇਹ ਮਿਹਨਤ ਹੈ, ਜਾਂ ਮੰਮੀ ਦੀ ਹੀ ਸਾਰੀ ਮਿਹਨਤ ਦਾ ਫਲ ਹੈ, ਜੋ ਵੀ ਉਹਨਾਂ ਨੇ ਪ੍ਰੇਅਰ ਕੀਤੀ, ਮਿਹਨਤ ਕੀਤੀ, ਜਾਂ ਸਾਨੂੰ ਸਾਰਿਆਂ ਨੂੰ ਕਿਵੇਂ ਸਟੈਂਡ ਕੀਤਾ, ਉਹਨਾਂ ਦੀ ਹੀ ਮਿਹਨਤ ਦਾ ਫਲ ਹੈ ਕਿ ਅੱਜ ਤੁਹਾਡਾ ਸਾਰਿਆਂ ਦਾ ਕਮਲਾ ਜਿਹਾ ਜਵਾਕ ਵੀ ਮਤਲਬ ਇੰਨਾ ਸਕਸੈਸਫੁਲ ਹੋ ਗਿਆ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਵਰਗਾ ਬੱਚਾ ਵੀ US ਆ ਸਕਦਾ ਹੈ। ਤੇ ਮੰਮੀ ਦਾ ਤਾਂ ਹਾਲੇ ਵੀ ਵੈਸੇ ਐਵੇਂ ਹੀ ਹੈ, ਮੰਮੀ ਤਾਂ ਹਾਲੇ ਵੀ ਕਹਿੰਦੀ ਹੈ ਕਿ ਮੈਨੂੰ ਮੌਕਾ ਮਿਲੇ ਤਾਂ ਮੈਂ ਤੇਰੇ ਪੇਪਰ ਤਾਂ ਮੈਂ ਹੀ ਚੈੱਕ ਕਰਾਂ। ਹੁਣ ਬਹੁਤ ਜ਼ਿਆਦਾ ਤੁਹਾਨੂੰ ਬੋਰ ਨਹੀਂ ਕਰੂੰਗਾ ਮੈਂ ਇਹਨਾਂ ਚੀਜ਼ਾਂ 'ਚ, ਬਟ ਇੱਕ ਛੋਟੀ ਜਿਹੀ ਕਵਿਤਾ ਹੈ ਜਿਹੜੀ ਮੈਂ ਲਿਖੀ ਨਹੀਂ, ਨੈਟ ਤੋਂ ਹੀ ਚੁਰਾਈ ਹੈ, ਤੇ ਤੁਹਾਨੂੰ ਸਾਰਿਆਂ ਨੂੰ ਸੁਣਾਉਣਾ ਚਾਹੂੰਗਾ। कविता है वो, घुटनों से रेंगते रेंगते कब पैरों पर खड़ा हुआ, तेरी ममता की छांव में जाने कब बड़ा हुआ, काला टीका दूध मलाई आज भी सब कुछ वैसा ही है, मैं हूं हर जगह प्यार ये तेरा कैसा है, सीधा सादा भोला भाला मैं ही सबसे अच्छा हूं, मम्मी की नज़र में, ऑफ कोर्स इसकी नज़र में नहीं, कितना भी हो जाऊं बड़ा तेरे लिए आज भी मैं बच्चा हूं। सो फाइनल वर्ड्स कहना चाहूँगा मम्मी ਨੂੰ कि मम्मी बहुत बहुत मतलब मैं ऑफ कोर्स बयान ही नहीं कर सकता कि ਮੈਨੂੰ ਥੋੜੇ ਜਿਹੀ ਮਾਂ ਮਿਲੀ ਜਾਂ ਫਿਰ ਅਗਲੇ ਆਫ ਕੋਰਸ ਸਾਰੇ ਜਨਮਾਂ 'ਚ ਤੁਸੀਂ ਹੀ ਮੇਰੀ ਮੰਮੀ ਬਣੋ। ਆਫ ਕੋਰਸ ਮੈਂ ਤਾਂ ਇਹੀ ਚਾਹੂੰਗਾ, ਕਿਉਂਕਿ ਸਾਰੀਆਂ ਡਿਮਾਂਡਾਂ ਜੋ ਪੂਰੀਆਂ ਹੁੰਦੀਆਂ ਰਹੀਆਂ ਜਾਂ ਕਦੇ ਵੀ ਕਿਸੇ ਚੀਜ਼ ਦੀ ਕੋਈ ਕਮੀ ਹੀ ਨਹੀਂ ਹੋਈ। ਤੇ ਤੁਹਾਨੂੰ ਸਾਰਿਆਂ ਨੂੰ ਵੀ ਫਾਈਨਲੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਇੱਕ ਤਾਂ ਲੰਚ ਜ਼ਰੂਰ ਕਰਕੇ ਜਾਣਾ ਹੈ। ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਹੋਰ ਕਿ ਤੁਸੀਂ ਸਾਰਿਆਂ ਨੇ ਮੰਮੀ ਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਤੇ ਮੰਮੀ ਨੂੰ ਇਸ ਮੁਕਾਮ ਤੇ ਲੈ ਕੇ ਆਏ ਕਿ ਅੱਜ ਮੰਮੀ ਸਭ ਵਧੀਆ, ਸਾਰਾ ਕੁਝ ਵਧੀਆ ਨਿਪਟਾ ਕੇ ਖੁਸ਼ੀ ਆਪਦੇ ਜੌਬ ਤੋਂ ਜਾਂ ਪ੍ਰੋਫੈਸ਼ਨਲ ਕੈਰੀਅਰ ਤੋਂ ਰਿਟਾਇਰ ਹੋ ਰਹੇ ਨੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਹੁਣ ਤੁਹਾਡੀ ਬਹੂ ਥੋੜਾ ਜਿਹਾ ਇਹ ਵੀ ਮੰਮੀ ਬਾਰੇ ਕਹਿਣਾ ਚਾਹੁੰਦੇ ਨੇ, ਸੋ ਆਈ ਵਿਲ हैंड इट ओवर टू हर। नमस्ते मम्मी पापा एंड सभी फैमिली मेम्बर्स, नमस्ते सभी गुरुजनों को, ऑल टीचर्स एंड प्रिंसिपल who are present here for celebration. I am Suniti, but mummy likes to call me Neetu. So I want to say a few words about her. Since I got married and came into this family, I have got immense love and respect by everyone, especially mummy. I didn't know Punjabi, so I thought it is going to be very difficult, but no, she helped me every day, every time till now to translate and to understand what I want to say. Mummy has always treated me like her own daughter, not like a daughter-in-law, never. So I feel very lucky to have a mother-in-law like her. She's very forgiving, very caring. I thank you so much, Mummy. I feel very lucky that you are part of my life. I have seen how Papa has supported you every day in what you do, and you both of you have given same teachings to Manu and Mohit. And I'm very thankful for giving such good upbringing to both of your children. Thank you so much. I'm very proud to be part of this family. So few things that I remember from past years, that whenever we used to come home for holiday, mummy used to never let me do any work, and she always said that I'll make something special for you. She used to cook mostly what Mohit likes, but those are really amazing. So I really miss food like sarson ka saag especially, and pinya. I just miss that so much in America. I tried to make it, but it did not turn out the way I wanted. So
it was so amazing to be there. Usually people are scared of going to Sasural, but I was so happy when I had to go to Sasural because I was treated like some uh, you know uh, that you have to take rest all day here, enjoy, go to different places, to people's house and enjoy. So that's very amazing memory of me, of the life that I've spent in this family. uh, so one thing that I'm really amazed about Mummy is she wakes up at 4 o'clock, 4:30 in the morning. No matter what season it is, whether it's winter or summer, doesn't matter. She'll start her day so early that everybody else was unaware of. She used to do a lot of things during that time. Um, so it was really amazing to see how she used to work tirelessly entire day. After coming from school also, she had so much of energy to do other things, all the work at the home. I think it's the chai which gave her so much of energy to work so much. But I think it's time for you to relax now and roam around the world. I have heard a lot of stories about how principal and other teachers and colleagues have been so supportive to Mummy in her in school. So I want to thank every one of you who is present over here and who has been part of her journey, her professional journey. Thank you everyone, and Mummy, happy retirement. Congratulations to you that you have done, you have spent so wonderful days in school and have made some wonderful memories. And everybody else, please enjoy a lunch and party. It is really sad for both of us to not be there, but just want to say thank you everyone for coming. Namaste. So in the last, I just want to thank one more time to each and everyone, to Principal Sir, to all the colleagues and family members, whoever supported Mummy, throughout her professional journey. So thank you so much. And yes, of course, we both are feeling sad that we are not there, basically among you. But yes, of course, we are there in all of your hearts, and we are always there to support. So thank you so much once again, and just want to say this to Mummy, that Mummy, don't take any tension and now enjoy the pension. Thank you so much. Thank you. Bye. Bye. Thank you.